नमस्कार दोस्तों, लास्ट ਲੈਕਚਰਸ ਦੇ ਵਿੱਚ ਆਪਾਂ ਟ੍ਰਿਗਨੋਮੈਟਰੀ ਰੇਸ਼ੀਓਜ਼ ਤਿਕੋਣਮਿਤੀ ਅਨੁਪਾਤ ਬਾਰੇ ਬੜੀ ਡਿਟੇਲਸ ਚਰਚਾ ਕੀਤੀ ਸੀ। ਆਪਣੇ ਕੋਲੇ 6 ਤਿਕੋਣਮਿਤੀ ਅਨੁਪਾਤ ਨੇ, ਸਾਈਨ, ਕੋਸਾਈਨ, ਟੈਂਜੈਂਟ, ਕੋਟੈਂਜੈਂਟ, ਸਿਕੈਂਟ, ਕੋਸਿਕੈਂਟ। ਉਹਨਾਂ ਦਾ ਤਿਕੋਣ ਦੀਆਂ ਭੁਜਾਵਾਂ ਦੇ ਨਾਲ ਕੀ ਸੰਬੰਧ ਹੈ ਉਹਦੇ ਬਾਰੇ ਚਰਚਾ ਕੀਤੀ ਸੀ ਤੇ ਕੁਝ ਕੁਐਸਚਨਸ ਨੂੰ ਆਪਾਂ ਹੱਲ ਕੀਤਾ ਸੀ। ਉਸੇ ਲਗਾਤਾਰਤਾ 'ਚ ਅੱਗੇ ਚੱਲਦੇ ਹੋਏ ਆਪਾਂ ਅੱਜ ਜਿਹੜੀ ਗੱਲ ਕਰਨੀ ਹੈ, ਆਪਾਂ ਇੱਕ ਤਿਕੋਣਮਿਤੀ ਟੇਬਲ ਦੀ ਗੱਲ ਕਰਨੀ ਹੈ, ਇੱਕ ਸਾਰਣੀ ਦੀ ਗੱਲ ਕਰਨੀ ਹੈ, ਟ੍ਰਿਗਨੋਮੈਟ੍ਰਿਕ ਟੇਬਲ ਜਾਂ ਸ਼ਾਰਟ ਫਾਰਮ 'ਚ ਲਿਖਦੇ ਹਾਂ ਆਪਾਂ ਟੀ ਟੇਬਲ। ਇਹਦੇ ਵਿੱਚ ਕੀ ਹੈ, ਆਪਾਂ ਕੋਣਾਂ ਬਾਰੇ ਗੱਲ ਕਰ ਚੁੱਕੇ ਹਾਂ, 0, 30 ਡਿਗਰੀ, 45 ਡਿਗਰੀ, 60 ਡਿਗਰੀ, 90 ਡਿਗਰੀ। ਕੰਸਟਰਕਸ਼ਨਸ ਆਪਾਂ ਛੋਟੀਆਂ ਕਲਾਸਾਂ 'ਚ ਕਰ ਚੁੱਕੇ ਹਾਂ। ਹੁਣ ਆਪਾਂ ਉਹਦੇ ਕੁਝ ਸਪੈਸੀਫਿਕ ਮੁੱਲਾਂ ਦੀ ਗੱਲ ਕਰਾਂਗੇ। ਆਪਾਂ ਇੱਥੇ 5 ਮੁੱਲਾਂ ਦੀ ਗੱਲ ਕਰਾਂਗੇ, 0 ਡਿਗਰੀ, 30 ਡਿਗਰੀ, 45 ਡਿਗਰੀ, 60 ਡਿਗਰੀ ਅਤੇ 90 ਡਿਗਰੀ। ਇਹਨਾਂ 5 ਤੇ ਗੱਲ ਕਰਾਂਗੇ। ਹੁਣ ਇੱਥੇ ਜੋ ਖਾਸੀਅਤ ਹੈ, ਫਿਲਹਾਲ ਪਹਿਲਾਂ ਮੈਂ 3 ਤੇ ਗੱਲ ਕਰ ਰਿਹਾ। ਇਹਨਾਂ ਦਾ ਜਮਾਇਤੀ ਰੂਪ ਕਿਵੇਂ ਹੈ, ਕਿਵੇਂ ਆਪਾਂ ਟ੍ਰਿਗਨੋਮੈਟਰੀ ਅਨੁਪਾਤਾਂ ਦੇ, ਤਿਕੋਣਮਿਤੀ ਅਨੁਪਾਤਾਂ ਦੇ ਇਹਨਾਂ ਕੀਮਤਾਂ ਨੂੰ ਆਪਾਂ ਹੱਲ ਕਰ ਸਕਦੇ ਹਾਂ। ਸਭ ਤੋਂ ਪਹਿਲਾਂ ਮੈਂ ਗੱਲ ਕਰ ਰਿਹਾ 45 ਡਿਗਰੀ ਲਈ। ਜਦੋਂ 45 ਡਿਗਰੀ ਦੀ ਗੱਲ ਆ ਗਈ ਤਾਂ ਸਾਈਨ 45 ਦਾ ਮੁੱਲ ਕਿਵੇਂ ਕੱਢਣਾ ਹੈ, cos 45 ਦਾ ਮੁੱਲ ਕਿਵੇਂ ਕੱਢਣਾ ਹੈ, tan 45 ਦਾ। ਦੇਖੋ ਇੱਕ ਛੋਟੀ ਜਿਹੀ ਐਗਜ਼ਾਮਪਲ ਦੇ ਰਿਹਾ ਮੈਂ ਇੱਥੇ। ਆਪਾਂ ਇੱਕ ਤਿਕੋਣ ABC ਲੈ ਲਈ। ਮੰਨ ਲਓ ਮੈਂ C ਕੋਣ ਤੇ ਗੱਲ ਕਰ ਰਿਹਾ। ਹੁਣ ਤੱਕ ਆਪਾਂ ਕੀ ਲਿਖ ਰਹੇ ਸੀ, ਸਾਈਨ C, cos C, tan C ਲਿਖ ਰਹੇ ਸੀ ਨਾ। ਹੁਣ ਇੱਥੇ ਤੁਹਾਨੂੰ ਇੱਕ ਮੁੱਲ ਦੇ ਦੇਣਗੇ ਇਹਨਾਂ ਚੋਂ 30, 45, 60, 0 ਜਾਂ 90, ਤਾਂ ਤੁਸੀਂ ਉਹਦੀ ਕੀਮਤ ਕੱਢਣੀ ਹੈ। ਦੇਖੋ ਫਰਕ ਕੀ ਪਿਆ, ਉਰੇ ਪਹਿਲਾਂ ਨਾਮ ਸੀ, ਹੁਣ ਉਹ ਤੁਹਾਨੂੰ ਮਾਪ ਦੇ ਦੇਣਗੇ, ਸਿਰਫ ਆਹ ਫਰਕ ਪਿਆ। ਪਰੰਤੂ ਇਹ ਮਾਪ ਨਿਕਲਣਾ ਕਿਵੇਂ ਹੈ, ਆਪਾਂ ਹੁਣ ਉਸ ਤੇ ਗੱਲ ਕਰਨੀ ਹੈ। ਸਭ ਤੋਂ ਪਹਿਲਾਂ ਆਪਾਂ ਗੱਲ ਕਰਾਂਗੇ 45 ਡਿਗਰੀ ਲਈ। 45 ਡਿਗਰੀ ਲਈ ਕੀ ਕਰਨਾ ਹੈ, ਇੱਕ ਸਮਦੋਭੁਜੀ ਸਮਕੋਣ ਤਿਕੋਣ ਲਓ। ਸਭ ਤੋਂ ਪਹਿਲਾਂ ਮੰਨ ਲਓ ਆਪਾਂ ਇਸੇ ਤਿਕੋਣ ਦੀ ਗੱਲ ਕਰ ਰਹੇ ਹਾਂ। ਤਿਕੋਣ ABC ਇੱਕ ਸਮਦੋਭੁਜੀ ਸਮਕੋਣ ਹੈ। ਇਹਦਾ ਮਤਲਬ 90 ਡਿਗਰੀ ਵੀ ਕੋਣ ਹੈ ਤੇ ਦੋ ਭੁਜਾਵਾਂ ਬਰਾਬਰ ਨੇ। ਤਾਂ ਕਿਹੜੀਆਂ ਦੋ ਭੁਜਾਵਾਂ ਬਰਾਬਰ ਹੁੰਦੀਆਂ, ਲੰਬ ਅਤੇ ਆਧਾਰ। ਤਾਂ ਇੱਥੇ ਆਪਣੇ ਕੋਲੇ ਤਿਕੋਣ ABC ਇੱਕ ਸਮਦੋਭੁਜੀ ਸਮਕੋਣ ਤਿਕੋਣ ਹੈ, ਜਿੱਥੇ ਕਿਹੜੇ ਕਿਹੜੇ ਭੁਜਾਵਾਂ ਬਰਾਬਰ ਹੋਣਗੀਆਂ, ਲੰਬ ਅਤੇ ਆਧਾਰ। AB ਬਰਾਬਰ ਹੈ BC। ਆਪਾਂ 9ਵੀਂ ਕਲਾਸ ਕਰ ਚੁੱਕੇ ਹਾਂ। ਅਗਰ ਸਮਦੋਭੁਜੀ ਦੇ ਵਿੱਚ ਦੋ ਭੁਜਾਵਾਂ ਬਰਾਬਰ ਨੇ ਤਾਂ ਉਹਦੇ ਸਾਹਮਣੇ ਵਾਲੇ ਕੋਣ ਵੀ ਕੀ ਹੋਣਗੇ, ਬਰਾਬਰ। ਤਾਂ ਕੋਣ A ਬਰਾਬਰ ਹੈ ਕੋਣ C। ਠੀਕ। ਹੁਣ ਪੂਰੀ ਤਿਕੋਣ ਹੈ, ਆਹ 90 ਡਿਗਰੀ ਹੈ, ਦੋ ਕੋਣ ਬਰਾਬਰ ਹੈ, ਤਾਂ ਬੜੀ ਆਸਾਨੀ ਨਾਲ ਆਪਾਂ ਕੋਣਾਂ ਦਾ ਮਾਪ ਕੱਢ ਸਕਦੇ ਹਾਂ। ਤੇ ਫਿਰ ਕੀ ਆਊਗਾ ਮਾਪ, ਚੈੱਕ ਕਰਕੇ ਦੇਖਾਂਗੇ ਹਰੇਕ ਦਾ ਮਾਪ ਕਿੰਨਾ ਆ ਗਿਆ। 45 ਡਿਗਰੀ ਆ ਗਿਆ। ਆ 90, 45, 45, ਤਿੰਨਾਂ ਦਾ ਜੋੜ ਕੀ ਹੋ ਗਿਆ, 180। ਤਾਂ ਕੋਣ ਆਪਣੇ ਕੋਲੇ ਆ ਚੁੱਕਿਆ ਹੈ। ਹੁਣ ਦੋ ਭੁਜਾਵਾਂ ਬਰਾਬਰ ਨੇ, AB ਅਤੇ BC। ਇਹਨਾਂ ਨੂੰ ਮਾਪ ਦੇ ਲਿਆ। ਮੰਨ ਲਓ AB ਬਰਾਬਰ BC ਬਰਾਬਰ ਹੈ A। ਆ ਵੀ A ਹੋ ਗਈ, ਆ ਵੀ A ਮਾਪ ਹੋ ਗਿਆ। ਤਾਂ ਆਪਾਂ ਨੂੰ ਤਿਕੋਣ ਦੇ ਵਿੱਚ ਦੋ ਭੁਜਾਵਾਂ ਪਤਾ, ਤੀਜੀ ਕੱਢਣੀ ਹੈ, ਕਿਵੇਂ ਨਿਕਲੂਗੀ ਯਾਦ ਕਰਕੇ ਦੇਖੋ, ਬਿਲਕੁਲ ਪਾਈਥਾਗੋਰਸ ਥਿਓਰਮ ਨਾਲ। ਤਾਂ ਫਿਰ ਪਾਈਥਾਗੋਰਸ ਥਿਓਰਮ ਕੀ ਕਹਿੰਦੀ ਹੈ, ਪਾਈਥਾਗੋਰਸ ਥਿਓਰਮ ਅਨੁਸਾਰ ਕਰਨ ਦੀ ਦੋ ਬਰਾਬਰ ਲੰਬ ਦੀ ਦੋ ਪਲੱਸ ਆਧਾਰ ਦੀ ਦੋ। ਇਹੀ ਹੈ। ਕਰਨ ਆਪਾਂ ਨੂੰ ਨਹੀਂ ਪਤਾ, ਉਹ ਆਪਣੇ ਕੋਲ AC ਹੈ। ਲੰਬ A ਆ ਗਿਆ, ਆਧਾਰ ਵੀ A ਆ ਗਿਆ। ਇੱਕ A ਦੀ ਦੋ ਇੱਥੇ ਹੈ, ਇੱਕ A ਦੀ ਦੋ ਇੱਥੇ ਹੈ, 2A ਦੀ ਦੋ। ਹੁਣ ਦੋ ਕਿਸੇ ਵੀ ਇੱਕ ਸੰਖਿਆ ਦੀ ਦੋ ਵਾਰ ਗੁਣਾ ਨਹੀਂ ਬਣਦੀ, ਤਾਂ ਕੀ ਕਰਦੇ ਹੁੰਦੇ ਆ, ਆਹ ਦੋ ਘਾਤ ਜਦੋਂ ਉਧਰ ਲੈ ਕੇ ਜਾਵਾਂਗੇ ਇਹ ਸਾਰੇ ਦਾ ਵਰਗਮੂਲ ਬਣ ਜਾਣਾ ਹੈ। ਜਦੋਂ ਦੋ ਘਾਤ ਉਧਰ ਲੈ ਕੇ ਜਾਵਾਂਗੇ ਇਹ ਸਾਰੇ ਦਾ ਕੀ ਬਣ ਜਾਣਾ ਹੈ, ਵਰਗਮੂਲ ਬਣ ਜਾਣਾ ਹੈ। ਇਹ ਹੱਲ ਨਹੀਂ ਹੁੰਦੀ, ਉਵੇਂ ਦੀ ਉਵੇਂ। ਉਰੇ ਦੋ ਘਾਤ ਹੈ, ਵਰਗਮੂਲ ਦੇ ਨਾਲ ਖਤਮ। ਤਾਂ ਜੋ ਕਰਨ ਆ ਗਿਆ ਆਪਣੇ ਕੋਲੇ ਉਹ ਕਿੰਨਾ ਆ ਗਿਆ, × 2A।
ਆਹ ਕੋਣ ਕਿੰਨੇ ਕਿੰਨੇ ਦੇ ਆ ਗਏ 45 ਆਪਾਂ ਇੱਕ ਲਿਖ ਲਿਆ ਆਪਾਂ ਬੇਸ ਐਂਗਲ ਜੋ ਆਧਾਰ ਵਾਲਾ ਐਂਗਲ ਹੈ ਉਹ ਲਿਖ ਲਿਆ ਤਾਂ ਇਹ ਹੋ ਗਿਆ ਪਹਿਲਾ ਪਾਰਟ ਆਪਾਂ ਇੱਕ ਸਮਦੋਭੁਜ ਤਿਕੋਣ ਲਈ ਜਿਹਦੀਆਂ ਦੋ ਭੁਜਾਵਾਂ ਬਰਾਬਰ ਨੇ ਸਮਕੋਣੀ ਤਿਕੋਣ ਨਾਲ ਹੈ ਪਾਇਥਾਗੋਰਸ ਨਾਲ ਆਪਾਂ ਤੀਸਰੀ ਭੁਜਾ ਕੱਢ ਲਈ ਹੁਣ ਆਪਾਂ ਪਿਛਲੇ ਲੈਕਚਰ ਦੀ ਤਰ੍ਹਾਂ ਤਿਕੋਣਮਿਤੀ ਅਨੁਪਾਤਾਂ ਦੇ ਸੰਬੰਧ ਨੂੰ ਵਰਤਦੇ ਹੋਏ ਆਪਾਂ ਇਹਦੀਆਂ ਕੀਮਤਾਂ ਕੱਢਾਂਗੇ ਕਿਵੇਂ sin 45 ਇਹਦੇ ਸਾਹਮਣੇ ਆ ਲੰਬ ਬਣ ਗਿਆ ਕਿਉਂਕਿ ਜਿਸ ਕੋਣ ਦੀ ਆਪਾਂ ਗੱਲ ਕਰਨੀ ਹੈ ਉਹ ਲੰਬ ਹੁੰਦਾ ਆਹ ਆਧਾਰ ਹੋ ਗਿਆ ਆਹ ਕਰਨ ਹੋ ਗਿਆ ਕੀ ਸ਼ਬਦ ਯਾਦ ਹੈ ਸ਼ਬਦ ਦੇ ਆਪਾਂ ਗੱਲ ਕੀਤੀ ਸੀ ਲੱਕੀ ਅੱਖ ਲਿਆ ਤਾਂ sin ਥੀਟਾ ਜਾਂ sin 45 ਲੰਬ ਵਟਾ ਕਰਨ ਲੰਬ ਵਟਾ ਕਰਨ ਲੰਬ ਆ ਗਿਆ a ਕਰਨ ਆ ਗਿਆ √2a a ਦੇ ਨਾਲ a ਕੱਟ ਗਿਆ ਉੱਪਰ ਬਚ ਗਿਆ 1 ਤਾਂ ਇਹ ਹੋ ਗਿਆ 1/√2 cos 45 ਅੱਕ ਆਧਾਰ ਵਟਾ ਕਰਨ ਆਧਾਰ ਵਟਾ ਕਰਨ ਆਧਾਰ ਹੋ ਗਿਆ a ਕਰਨ ਹੋ ਗਿਆ √2a ਕੱਟ ਗਿਆ ਇਹ ਕਿੰਨਾ ਆ ਗਿਆ 1/√2 tan 45 ਕੀ ਸੀ ਲਿਆ ਲੰਬ ਵਟੇ ਆਧਾਰ a ਵਟੇ a ਆਪਸ ਚ ਕੱਟ ਗਏ ਕਿੰਨਾ ਆ ਗਿਆ ਆਪਣੇ ਕੋਲੇ 1 ਆ ਗਿਆ ਹੁਣ ਉਦੋਂ ਬਾਅਦ cot ਜਾਂ ਤਾਂ ਸਿੱਧਾ ਯਾਦ ਕੀਤਾ ਸੀ ਆਪਾਂ tan ਦਾ ਉਲਟਾ ਜਾਂ ਉਧਰੋਂ ਚੱਲ ਪੋ ਯਾਦ ਹੈ ਨਾ ਆਪਾਂ ਗੱਲ ਕੀਤੀ ਸੀ cot tan ਦਾ ਉਲਟਾ 1/1 1 sec 45 sec ਕਿਹਦਾ ਉਲਟਾ cos ਦਾ ਉਲਟਾ ਤੇ ਇਹਦਾ ਉਲਟਾ ਕਿੰਨਾ ਹੋ ਗਿਆ √2/1 √2 cosec 45 sin ਦਾ ਉਲਟਾ ਠੀਕ sin ਕਿੰਨਾ 1/√2 ਤੇ ਫਿਰ ਇਹ ਕਿੰਨਾ ਹੋ ਗਿਆ √2 ਤਾਂ ਇਹ ਆ ਗਈਆਂ ਆਪਣੀਆਂ ਕੀਮਤਾਂ 45 ਡਿਗਰੀ ਦੇ ਕੋਣ ਦੀਆਂ ਕਿ sin 45 cos 45 tan 45 cot 45 sec 45 ਤੇ cosec 45 ਦੀ ਕੀਮਤ ਕਿੰਨੀ ਹੁੰਦੀ ਹੈ ਹੁਣ ਆਪਾਂ ਗੱਲ ਕਰਦੇ ਹਾਂ ਅਗਲੇ ਪਾਰਟ ਤੇ 30 ਡਿਗਰੀ ਅਤੇ 60 ਕਿਉਂਕਿ ਉਹ ਦੋਨੇ ਇਕੱਠੇ ਚੱਲਣੇ ਆ 30 ਡਿਗਰੀ ਤੇ 60 ਇਹ ਦੋਨੇ ਇਕੱਠੇ ਚੱਲਣਗੇ ਕੀ ਕਰਾਂਗੇ ਉਹਦੇ ਲਈ 30 ਡਿਗਰੀ ਅਤੇ 60 ਡਿਗਰੀ ਲਈ ਸਭ ਤੋਂ ਪਹਿਲਾਂ ਆਪਾਂ ਕੀ ਕਰਾਂਗੇ ਇੱਕ ਸਮਭੁਜੀ ਤਿਕੋਣ ਲੈ ਕੇ ਚੱਲਾਂਗੇ ABC ਸਮਭੁਜੀ ਤਿਕੋਣ ABC ਲਓ ਜਿਸ ਦੀ ਹਰੇਕ ਭੁਜਾ ਮੰਨ ਲਓ A ਇਕਾਈਆਂ ਹੈ A ਤੇ ਸਮਭੁਜੀ ਤਿਕੋਣ ਦੀ ਖਾਸੀਅਤ ਕੀ ਹੁੰਦੀ ਹੈ ਸਾਰੇ ਕੋਣ ਵੀ ਕੀ ਹੁੰਦੇ ਨੇ ਬਰਾਬਰ ਤੇ ਹਰੇਕ ਕੋਣ ਦਾ ਮਾਪ ਕਿੰਨਾ ਹੁੰਦਾ 60 ਡਿਗਰੀ ਇਹੀ ਹੁੰਦਾ ਨਾ 60 ਪਰੰਤੂ ਆਪਾਂ ਤਿਕੋਣਮਿਤੀ ਦੀ ਗੱਲ ਕਰਨੀ ਹੈ ਤੇ ਤਿਕੋਣਮਿਤੀ ਵਿੱਚ ਕੀ ਹੁੰਦਾ ਇੱਕ ਲੰਬ ਹੋਣਾ ਚਾਹੀਦਾ ਯਾਦ ਆਪਾਂ ਸਟਾਰਟਿੰਗ 'ਚ ਗੱਲ ਕੀਤੀ ਸੀ ਕਿਉਂਕਿ ਇਹ ਸਮਕੋਣੀ ਤਿਕੋਣ ਤੇ ਵੈਲਿਡ ਹੈ ਤਾਂ ਫਿਰ ਇੱਥੋਂ ਇੱਕ ਲੰਬ ਖਿੱਚਾਂਗੇ AL ਲੰਬ BC ਖਿੱਚਿਆ ਹੁਣ ਸਮਭੁਜੀ ਤਿਕੋਣ ਦੇ ਵਿੱਚ ਲੰਬ ਦੀ ਕੀ ਖਾਸੀਅਤ ਹੁੰਦੀ ਹੈ ਕੁਝ ਯਾਦ ਹੈ ਪਹਿਲੀ ਖਾਸੀਅਤ ਇਹ ਜਿਹੜੀ ਭੁਜਾ ਹੁੰਦੀ ਹੈ ਸਾਹਮਣੇ ਵਾਲੀ ਇਹਨੂੰ ਅੱਧਾ ਕਰਦਾ ਹੈ ਤਾਂ ਇਹ ਹੋ ਗਿਆ A/2 ਪਹਿਲੀ ਖਾਸੀਅਤ ਦੂਸਰਾ ਕੋਣ ਨੂੰ ਵੀ ਅੱਧਾ ਕਰ ਦਿੰਦਾ ਹੈ ਇਹ 60 ਹੈ ਆਹ ਕੋਣ ਕਿੰਨਾ ਹੋ ਗਿਆ 30 ਆ ਦੇਖੋ ਆਪਣੇ ਦੋਨੇ ਇਕੱਠੇ ਚੱਲਣਗੇ ਠੀਕ ਤਾਂ ਹੁਣ ਅਗਰ ਮੈਂ ਇੱਧਰਲੀ ਤਿਕੋਣ ਦੀ ਗੱਲ ਕਰਾਂ ਸਿਰਫ ਇੱਧਰਲਾ ਪਾਰਟ ਹੈ ਜੋ ਆਪਣੇ ਕੋਲੇ AL ਤੇ B ਆਹ ਤਿਕੋਣ ਹੈ ਜਿਹੜੀ ਇਹ ਸਿਰਫ ਇਸ ਤਿਕੋਣ ਤੇ ਗੱਲ ਕਰ ਰਿਹਾ ਮੈਂ ਆਹ ਭੁਜਾ ਆਪਣੇ ਕੋਲੇ ਹੈਗੀ ਹੈ ਆਹ ਭੁਜਾ ਆਪਣੇ ਕੋਲੇ ਹੈਗੀ ਹੈ ਆਪਣੇ ਕੋਲੇ ਕਿਹੜੀ ਭੁਜਾ ਨਹੀਂ ਹੈਗੀ ਆਹ AL ਆਪਣੇ ਕੋਲੇ ਨਹੀਂ ਹੈਗੀ ਤਾਂ ਪਹਿਲਾਂ ਪਾਇਥਾਗੋਰਸ ਦੇ ਨਾਲ ਆਪਾਂ ਇਹਨੂੰ ਕੱਢਾਂਗੇ ਤਿਕੋਣ ALB ਵਿੱਚ ਪਾਇਥਾਗੋਰਸ ਥਿਓਰਮ ਕੀ ਕਹਿੰਦੀ ਹੈ ਕਰਨ ਦੀ 2 ਬਰਾਬਰ ਲੰਬ ਦੀ 2 प्लस आधार दी 2 इस त्रिकोण वास्ते कर्ण कितना हो गया A लंब आपा पता करना है AL आधार हो गया A/2 सारे दी घात 2
ए दी 2 ओमे दा ओमे ए एल दी 2 ए दी 2 घात की ओमे दा ओमे 2 दूनी 4 तो फिर ए एल दी 2 हो गया ए उधर जाके माइनस दा लघुत्तम लिया आपां ने हल किया हल करके अपने को आ गया 3a दी 2 वटा 4 आपां हल किया कितना आ गया 3 दे हुण इत्थे 2 घात है की होना फिर उधर जाके सारे दा वर्गमूल 3 दा √3 ए दी 2 घात नाल 2 कट गई 4 दा वर्गमूल कितना हो गया 2 तो फिर आपां हल किया अपने कोले जो लंब है जो शिखर लंब है उसकी कीमत कितनी आ गई √3 वटा 2 ए आ चुकी है। हुण तीनों भुजावां आपां नूं पता लग गया कौन अपने कोले हैगे ने तो की करांगे त्रिकोणमितीय अनुपात दे नाल आपां इन्हां नूं हल करांगे किवें देखो हुण आपां सब तो पहला गल करदे हां 60 डिग्री दी मैं त्रिकोण इधर लिख दोबारा बना रहा ए एल बी आ 60 आह ए वटा 2 आ √3 वटा 2 ए आह ए ਇਹਦੇ ਲਈ ਆ ਕੀ ਹੋ ਗਿਆ ਲੰਬ आधार कर्व हो गया साइन 60 की सी लकी लंब वटा कर्ण लंब √3 वटा 2 ए वटे कर्ण ए नाल ए कट गया कॉस 60 अपने को की है अक आधार वटा कर्ण आधार ए वटा 2 वटे कर्ण ए नाल ए कट गया 1 वटा 2 tan 60 लिया लंब वटे आधार लंब हो गया √3 वटा 2 ए हो गया ए वटा ए 2 नाल 2 कट गया ए नाल ए कट गया कितना बच गया अपने कोले √3 बच गया। इदों बाद उल्टा tan का उल्टा cot 60 cot हो गया तो 1 वटे tan 1 वटा √3 ਇਹਦਾ उल्टा cos का उल्टा secant ਇਹਦਾ उल्टा 2 वटे 1 या 2 sin 60 का उल्टा cosecant 60 आप ਇਹਦਾ उल्टा कर देंगे 2 वटा √3 तो ये ਜਿਹੜੀਆਂ कीमतां हो गई अपनियां देखो ये 60 डिग्री ਦੀਆਂ हो गई sin cos tan cot sec कोसैक ये हो गया 60 दियाँ हुण आपां की करते हैं 30 दियाँ कढ़नियां फर्क की पै गया 60 बेस एंगल है 30 वर्टिकल एंगल है तो आपां हुण की करांगे आपां 30 नूं हल करांगे तो देखो की फर्क पैना की फर्क पिया 30 डिग्री अपने कोले इत्थे है ना तो इहदे लई फिर आ की बन गया लंब आ बन गया आधार यही बनया ना साइन 30 लकी लंब वटा कर्ण ਇਹਦੇ ਲਈ लंब हो गया ए वटा 2 कर्ण हो गया ए कितना आ गया 1 वटा 2 cos 30 आधार वटा कर्ण √3 वटा 2 ए कट गया √3 वटा 2 tan 30 लंब वटे आधार ए वटा 2 √3 वटा 2 ए नाल ए कट गया 2 नाल 2 कट गया पिछे अपने कोल की बच गया 1 वटा √3 हुण इस तो बाद tan तो बाद cot किहदा उल्टा tan दा ਇਹਦਾ उल्टा कितना हो गया √3 वटा 1 या आप कह सकते हैं √3 sec किहदा उल्टा है cos ਦਾ ਇਹਦਾ उल्टा कितना हो गया 2 वटा √3 cosec किहदा उल्टा है sin ਦਾ 2 वटा 1 ਤਾਂ ਇਹ ਆਪਣੇ ਕੋਲੇ ਕੀਮਤਾਂ ਆ ਗਈਆਂ 30 45 ਅਤੇ 60 ਦੀਆਂ ਇਹ ਸੀ ਗੱਲ ਆਪਣੇ ਕੋਲੇ 30 45 60 ਦੀ
ਹੁਣ 0 ਤੇ 90 ਨੂੰ ਅਗਰ ਆਪਾਂ ਜਿਓਮੈਟ੍ਰਿਕਲੀ ਗੱਲ ਕਰਾਂਗੇ, ਦੇਖੋ ਧਿਆਨ ਨਾਲ 0 ਦੀ ਤੇ 90 ਦੀ, ਤਾਂ ਪ੍ਰੋਬਲਮ ਕੀ ਆਣੀ ਹੈ, ਇੱਥੇ ਕੁਝ ਅਜ਼ੰਪਸ਼ਨਸ ਚੱਲਣੀਆਂ ਕਿਉਂਕਿ ਇੱਥੇ ਤਿਕੋਣ ਨਹੀਂ ਬਣਨੀ। ਕਿਉਂ ਨਹੀਂ ਬਣਨੀ? ਕਿਉਂਕਿ ਤਿਕੋਣਮਿਤੀ ਲਈ ਆਪਾਂ ਨੂੰ ਇੱਕ 90 ਦਾ ਕੋਣ ਚਾਹੀਦਾ, ਇੱਕ ਲੰਬ ਚਾਹੀਦਾ ਹੈ, ਠੀਕ। ਉਸ ਤੋਂ ਬਿਨਾ 0 ਦਾ ਕੋਣ ਆਪਾਂ ਨੂੰ ਪਤਾ ਤਿਕੋਣ 'ਚ ਪੋਸੀਬਲ ਨਹੀਂ ਹੈਗਾ, ਤਾਂ ਅਜ਼ੰਪਸ਼ਨਸ ਚੱਲਦੀਆਂ। ਤੇ ਦੂਸਰਾ 90 ਦਾ ਕੋਣ ਆ ਗਿਆ, ਉਹ ਵੀ ਪੋਸੀਬਲ ਨਹੀਂ ਕਿਉਂਕਿ ਆਪਾਂ ਨੂੰ ਪਤਾ ਹੈ ਇੱਕ ਤਿਕੋਣ ਦੇ ਵਿੱਚ ਦੋ 90 ਕੋਣ ਨਹੀਂ ਹੋ ਸਕਦੇ। ਤਾਂ ਇਹ ਅਜ਼ੰਪਸ਼ਨਸ ਦੇ ਨਾਲ ਹੈ। ਤਾਂ ਫਿਰ ਇੱਥੇ ਆਪਾਂ ਹੁਣ ਇਸ ਨੂੰ ਆਪਾਂ ਜਿਓਮੈਟ੍ਰਿਕਲੀ ਨਹੀਂ ਰਿਪਰੈਜ਼ੈਂਟ ਕਰ ਪਾਵਾਂਗੇ, ਉਹਨੂੰ ਆਪਾਂ ਕੁਝ ਅਜ਼ੰਪਸ਼ਨ ਲੈ ਕੇ ਡਾਇਗਰਾਮ ਨੂੰ ਉੱਪਰ ਨੀਚੇ ਕਰ ਸਕਦੇ, ਮਤਲਬ ਤਿਕੋਣ ਨਹੀਂ ਬਣਾ ਪਾਵਾਂਗੇ। ਕਾਰਨ ਹੁਣ ਗੱਲ ਇਹ ਹੋ ਗਈ, ਆਪਾਂ ਇੰਨੀਆਂ ਵੈਲਿਊਜ਼ ਕਰ ਲਈਆਂ, ਲਗਭਗ 18 ਇਹ ਹੋ ਗਈਆਂ, 12 ਇਹਨਾਂ ਦੀਆਂ ਹੋਣਗੀਆਂ, 30 ਵੈਲਿਊਜ਼ ਹੋਣਗੀਆਂ ਕਿ ਵਾਕਈ ਆਪਾਂ ਇਹਨਾਂ ਨੂੰ ਇਸ ਅਕੋਰਡਿੰਗ ਯਾਦ ਕਰ ਸਕਦੇ ਹਾਂ? ਨਹੀਂ, ਮੁਸ਼ਕਿਲ ਹੈ ਯਾਦ ਕਰਨਾ। ਤਾਂ ਆਪਾਂ ਇੱਕ ਪੂਰੇ ਟੇਬਲ ਬਣਾਵਾਂਗੇ ਉਹਨੂੰ ਸੌਖਾ ਕਰਨ ਦੇ ਲਈ, ਟੀ ਟੇਬਲ। ਤਾਂ ਟੇਬਲ ਕੀ ਕਹਿੰਦਾ ਦੇਖੋ, 0 30 45 60 90। साइन एंगल मान लो थीटा, कॉस टैन। मैं सिर्फ आ 3 की गल कर रहा, 6 तो याद कर लो, 3 नूं याद करो। किवें करोगे? टेबल नूं किवें बनाना सीखोगे? अपने कन्ने लिखो 0 1 2 3 4, 0 1 2 3 4, 4 नाल वंडो इनू सारे नूं। ਇਹ ਯਾਦ ਕਰਨ ਦੇ ਸਟੈਪ ਨੇ ਇਸ ਨੂੰ। ਉਸ ਤੋਂ ਬਾਅਦ ਸਾਰੇ ਦਾ ਵਰਗਮੂਲ √। ਇਹ ਆ ਗਈ ਸਾਈਨ ਦੀ ਕੀਮਤ। 0 1 2 3 4 ਸਾਰੇ ਨੂੰ 4 ਨਾਲ ਵੰਡੋ, ਉੱਤੇ ਵਰਗਮੂਲ। cos ਉਲਟਾ 4/4 ਉਲਟਾ ਚੱਲ ਪੋ, ਦੇਖੋ 3/4 2/4 ਦਾ ਵਰਗਮੂਲ 1/4 ਦਾ 0/4 ਦਾ। ਤਾਂ ਇਹ ਹੋ ਗਿਆ cos ਦਾ ਕੰਮ। ਦੇਖੋ ਮੇਨ ਆਪਾਂ ਕੀ ਕੀਤਾ, ਸਿਰਫ ਸਾਈਨ ਨੂੰ ਯਾਦ ਕੀਤਾ। ਇਹਨੂੰ ਹੱਲ ਕਰਦੇ ਹਾਂ। 0 ਨੂੰ ਕਿਸੇ ਨਾਲ ਵੀ ਵੰਡਾਂਗੇ, 0 ਤੇ ਵਰਗਮੂਲ ਕੀ ਆ ਗਿਆ 0। ਇਹ ਆਪਸ ਹੱਲ ਨਹੀਂ ਹੁੰਦੇ। 1 ਦਾ ਵਰਗਮੂਲ 1, 4 ਦਾ ਵਰਗਮੂਲ 2। ਇਹ ਆਪਸ ਹੱਲ ਹੋ ਰਿਹਾ, ਦੇਖੋ ਕੱਟ ਗਏ, ਇਹ ਕੱਟ ਗਿਆ ਆਪਣੇ ਕੋਲੇ। ਤਾਂ ਵਰਗਮੂਲ 'ਚ 1/2, 1 ਦਾ ਵਰਗਮੂਲ 1, ਇਹ ਹੱਲ ਨਹੀਂ ਹੁੰਦਾ। 2 ਦਾ ਵਰਗਮੂਲ 2, ਇਹ ਆਪਸ ਹੱਲ ਨਹੀਂ ਹੁੰਦੇ। 3 ਦਾ ਵਰਗਮੂਲ √3, 4 ਦਾ 2, ਇਹ ਕੱਟ ਗਏ, 1 ਬਚ ਗਿਆ। 1 ਦਾ ਵਰਗਮੂਲ 1। ਤਾਂ ਦੇਖੋ ਸਾਈਨ 0 0, ਸਾਈਨ 30 1/2, ਸਾਈਨ 45 1/√2, ਸਾਈਨ 60 √3/2, ਸਾਈਨ 90 1। ਉਲਟਾ ਉਲਟਾ ਹੀ ਚੱਲ ਰਿਹਾ। ਇਹਨੂੰ ਹੱਲ ਕੀਤਾ 1 ਆਇਆ, ਇਹਨੂੰ ਹੱਲ ਕੀਤਾ √3/2 ਆਏ, ਇਹਨੂੰ ਹੱਲ ਕੀਤਾ 1/√2 ਆਇਆ, ਇਹਨੂੰ ਹੱਲ ਕੀਤਾ 1/2 ਆਇਆ, ਇਹਨੂੰ ਹੱਲ ਕੀਤਾ 0 ਆਇਆ। ਤਾਂ ਫਿਰ cos 0 ਕਿੰਨਾ ਹੋ ਗਿਆ 1, cos 30 √3/2, cos 45 1/√2, cos 60 1/2, cos 90 0। tan ਦਾ ਸਭ ਤੋਂ ਵਧੀਆ ਤਰੀਕਾ ਆਪਾਂ ਨੂੰ ਪਤਾ ਹੈ। tan ਕਿਹਦੇ ਬਰਾਬਰ ਸੀ? sin θ/cos θ। ਯਾਦ ਆ ਗਿਆ ਨਾ? tan ਕਿਹਦੇ ਬਰਾਬਰ ਹੈ? sin θ/cos θ। ਤਾਂ ਫਿਰ tan 0 ਆਹਾ ਵਟੇ ਆਹਾ, 0/1 ਕਿੰਨਾ ਹੋ ਗਿਆ 0। sin 30/cos 30, 2 ਨਾਲ 2 ਕੱਟ ਗਿਆ। tan 30 ਦੀ ਕੀਮਤ ਆ ਗਈ 1/√3। tan 45 sin 45/cos 45 ਕੱਟ ਗਿਆ, ਕਿੰਨਾ ਆ ਗਿਆ ਆਪਣੇ ਕੋਲੇ 1 ਆ ਗਿਆ। tan 60 ਫਿਰ ਕੀ ਹੋ ਗਿਆ sin 60/cos 60 ਕੱਟ ਗਿਆ √3। tan 90 1/0। ਹੁਣ ਆ ਇੰਪੋਰਟੈਂਟ ਚੀਜ਼ ਆ ਗਈ 1/0। ਆਪਾਂ ਹੁਣ ਤੱਕ ਗੱਲ ਕੀਤੀ ਹੈ ਕੋਈ ਵੀ ਪਰਿਮੇय ਸੰਖਿਆ p/q ਰੂਪ ਵਿੱਚ ਹੋਵੇ, q 0 ਨਹੀਂ ਹੋਣੀ ਚਾਹੀਦੀ। ਸਮੱਸਿਆ q 0 ਆ ਗਈ, ਹਰ 0 ਆ ਗਿਆ ਤਾਂ ਦੋਸਤੋ ਇਹ ਹੁੰਦਾ ਪਰਿਭਾਸ਼ਿਤ ਨਹੀਂ, ਕਿਉਂਕਿ 0 ਨਾਲ ਆਪਾਂ ਕਿਸੇ ਵੀ ਸੰਖਿਆ ਨੂੰ ਨਹੀਂ ਵੰਡ ਸਕਦੇ। ਤਾਂ 1/0 ਜਦੋਂ ਹਰ ਦੇ ਵਿੱਚ 0 ਆ ਗਈ ਉਹ ਕੀ ਹੋ ਗਈ ਪਰਿਭਾਸ਼ਿਤ ਨਹੀਂ। ਤਾਂ ਉੱਥੇ ਇੱਕ ਗੱਲ ਯਾਦ ਰੱਖਣੀ ਹੈ, ਤੁਸੀਂ ਕੀ ਯਾਦ ਰੱਖਣਾ ਹੈ? 0 ਦਾ ਉਲਟਾ परिभाषित नहीं, क्योंकि थले 0 आजू हर च, ते एदा उल्टा 0।
0 का उल्टा परिभाषित नहीं, 1/0, 1/0 का उल्टा कितना हो गया 0/1। आ अपना देखो टेबल बन गया साइन कॉस टैन का, टैन की हो गया साइन वटा कॉस। हुण कॉट एदा उल्टा, 0 का उल्टा परिभाषित नहीं, 1/√3 का उल्टा √3/1, 1 एदा उल्टा 1/√3 एदा 0। सैक हो गया एदा उल्टा, 1 का उल्टा 1, इसका उल्टा 2/√3, इसका उल्टा √2/1, इसका उल्टा 2/1 ते 0 का उल्टा परिभाषित नहीं। कॉसैक हो गया एदा उल्टा, 0 का उल्टा परिभाषित नहीं, 1/2 का उल्टा 2/1, इसका √2, 2/√3 1। तो ये देखो अपने को टेबल है, तुसी सिर्फ की करना याद 0 1 2 3 4, 4 नाल वड्डिया ते सारे का वर्गमूल। कॉस उल्टा चल पिया, वो चीज़ इधर आ गई, वो इधर चली गई। टैन साइन वटा कॉस, सिर्फ 3 ते फोकस करना है, बाकी फिर सीधा उल्टे याद रखो। मैं शुरू तो पिछले हरेक लैक्चर तो इसे गल ते फोकस कर रहा। कॉट का उल्टा की हुंदा है टैन, सैक एदा उल्टा, कॉसैक एदा उल्टा। तो इस अकॉर्डिंग आप टेबल बना सकते हैं। मैं टेबल थोड़ा जिहा कंप्लीट कर रहा किवें, देखो अपने कोल की आया साइन, साइन 0 0, साइन 1/2, साइन 45 आप हल किया 1/√2, ये हो गया √3/2, ये हो गया 1। इदू बाद आई गल कॉस की, उल्टा सी कॉस 0 1, कॉस 30, कॉस 45, कॉस 60, कॉस 90। हुण टर्न आई टैन दी साइन वटा कॉस, 0 1/√3, 1/√3 परिभाषित नहीं। कॉट एदा उल्टा, 0 का उल्टा परिभाषित नहीं, एदा उल्टा √3/1, √3, एदा उल्टा 1, एदा उल्टा 1/√3 ते इसदा उल्टा 0। सैक एदा उल्टा, 1 का उल्टा 1, इसदा उल्टा 2/√3, इसदा उल्टा √2, ये 2/1 2, ते 0 का उल्टा की आ गया परिभाषित नहीं, यही आ गया। ते लास्ट अपने को त्रिकोणमिति अनुपात केड़ा सी कॉसैक, कॉसैक किहदा उल्टा है साइन का, 0 का उल्टा परिभाषित नहीं, 1/2 का उल्टा 2/1, √2, 2/√3 1। तो यह अपने को टेबल है जिस ते आप कीमत कढ़नी है। हुण मान लो एक क्वेश्चन देता थोनू, क्वेश्चन कहता जी कॉस 60 की कीमत, तो देखो कॉस 60 आ गई, तो कॉस 60 की कीमत कितनी होगी 1/2। तो हुण देखो कीमत किसी की भी कह सकते हैं, मान लो आपको सेकंड 45 कहता, सेकंड 45 √2, या आप याद रख सकते हैं सेकंड किहदा उल्टा है कॉस का, कॉस 45 1/√2 ते उहदा उल्टा √2। तो इस तरीके दे नाल आपां कीमतां नूं भरना या याद रखना। टेबल, ये टेबल का फॉर्मेट बहुत जरूरी है। एक तरीका होर दसदा टेबल का तुहानूं, मैं एक ऑल्टरनेट मैथड दे रहा कि टेबल नूं एक सौखे तरीके नाल होर किवें याद कर सकते हो तुसीं। साइन थीटा वटे कॉस थीटा किहदे बराबर है अपने कोले टैन थीटा दे, एक ठीक है, वर्गमूल सारे का। साइन दे टाइम आप लिखा 0 1 2 3 4, कॉस दे टाइम आप लिखा 4 3 2 1 0, यही लिखा सी। आप 0 की कीमत, 30 की कीमत, 45 की कीमत, 60 की कीमत, 90 की कीमत आ गई, वटे सारे दे वटे 2, ये वर्गमूल तो बाहर है, उरे 2 ही रहना है। या इनू याद कर लो, तुसी टेबल याद कर सकते हो किवें, है ना इंटरेस्टिंग चीज। देखो टैन आ गया साइन वटे कॉस, साइन च आपां की लिखिया सी 0 तो लेके 4 तक, कॉस दे विच आपां लिखिया सी 4 तो लेके 0 तक, ये कीमत हो गया 0 30 45। हुण एक चीज जिहड़ा इत्थे मेन ध्यान रखना तुसीं, ध्यान की रखे जी इत्थे कीमतां ने, जिहड़ियां आ कीमतां सारियां वर्गमूल च ने, देखो ध्यान नाल
ਆ ਸਾਰੀਆਂ ਕੀਮਤਾਂ ਵਰਗਮੂਲ ਦੇ ਵਿੱਚ ਨੇ ਤੇ ਆਹ ਬਿਨਾ ਵਰਗਮੂਲ ਤੋਂ ਹੈ। ਦੇਖੋ ਸਟਾਰਟ ਕਰਦੇ ਹਾਂ। ਸਾਈਨ ਟੀ ਆ ਰਿਹਾ, ਸਾਈਨ ਆ ਰਿਹਾ, ਟੀ ਕਿੱਥੇ ਹੈ ਆ ਰਿਹਾ, ਤੇ ਸਾਈਨ ਦੇ ਖਾਨੇ 'ਚ ਆ ਗਿਆ 1। ਇਹ ਕਿਸ ਦੇ ਵਿੱਚ ਹੈ ਵਰਗਮੂਲ ਦੇ ਵਿੱਚ, ਤੇ ਵਰਗਮੂਲ 1/2, 1 ਦਾ ਵਰਗਮੂਲ 1/2। ਸਾਈਨ 45, ਸਾਈਨ 45 2 ਵਰਗਮੂਲ 'ਚ ਅੰਡਰ 2/2, ਤੇ ਆਪਾਂ ਨੂੰ ਪਤਾ ਹੈ, ਆਪਾਂ 9ਵੀਂ ਕਲਾਸ ਕਰ ਚੁੱਕੇ ਹਾਂ, ਆਪਾਂ 2 ਨੂੰ ਅੰਡਰ 2 ਗੁਣਾ ਅੰਡਰ 2 ਲਿਖ ਸਕਦੇ ਹਾਂ। ਤਾਂ ਇਹ ਕਿੰਨਾ ਆ ਗਿਆ 1/2 ਆ ਗਿਆ ਨਾ। ਹੋਰ ਦੇਖ ਦੋ, ਸੇਮ ਆਪਾਂ ਸਾਈਨ 60 ਅੰਡਰ 3/2 ਲਿਖ ਸਕਦੇ ਹਾਂ। ਦੇਖੋ ਧਿਆਨ ਨਾਲ, ਸਾਈਨ 60 3 ਅੰਡਰ 3/2। ਅਗਰ ਮੈਂ ਕੌਸ ਦੀ ਗੱਲ ਕਰਾਂ, ਕੌਸ 30 ਆ ਰਿਹਾ ਅੰਡਰ 3, ਕਿਉਂਕਿ ਅੰਡਰ ਦੇ ਵਿੱਚ ਹੈ /2। ਕੌਸ 45 ਆ 2 ਅੰਡਰ ਦੇ ਵਿੱਚ ਹੈ /2, ਸੇਮ ਚੀਜ਼ ਬਣ ਗਈ। ਹੱਲ ਕਰਾਂਗੇ ਕਿੰਨਾ ਆ ਗਿਆ 1/2। ਇਹ ਤਾਂ ਹੋ ਗਿਆ ਸਾਈਨ ਤੇ ਕੌਸ ਦੀਆਂ ਕੀਮਤਾਂ, ਬੜੀ ਆਸਾਨੀ ਨਾਲ ਇਹਨੂੰ ਆਪਾਂ ਹੱਲ ਕੀਤਾ। ਹੁਣ ਆ ਗਈ ਗੱਲ ਟੈਨ ਦੀ। ਟੈਨ ਟੀ, ਟੈਨ ਕਿੱਥੇ ਹੈ ਆ ਰਿਹਾ ਆਹਾ ਵਟੇ ਆਹਾ, ਠੀਕ ਹੈ। ਤਾਂ 30 ਦਾ ਆ ਗਿਆ, ਆਹੀ ਚੀਜ਼ ਆ ਗਈ ਨਾ। ਦੇਖੋ ਟੈਨ ਹੋ ਗਿਆ ਸਾਈਨ ਵਟਾ ਕੌਸ, ਸਾਈਨ ਦੀ ਕੀਮਤ 1 ਚੱਲ ਰਹੀ ਹੈ, ਕੌਸ ਦੀ ਕੀਮਤ 3 ਚੱਲ ਰਹੀ ਹੈ। 1/3 ਕਿਹਦੇ ਵਿੱਚ ਆ ਗਿਆ ਵਰਗਮੂਲ ਦੇ ਵਿੱਚ ਆ ਗਿਆ। 1 ਦਾ ਵਰਗਮੂਲ 1, 3 ਦਾ ਵਰਗਮੂਲ ਓਵੇਂ ਦਾ ਓਵੇਂ। ਦੁਬਾਰਾ ਦੇਖੋ, ਟੈਨ 45 ਸਾਈਨ ਵਟਾ ਕੌਸ ਅੰਡਰ ਦੇ ਵਿੱਚ 2/2 ਕੱਟ ਗਿਆ। 1 ਦਾ ਵਰਗਮੂਲ ਕਿੰਨਾ ਹੁੰਦਾ 1। ਟੈਨ 60 ਆ ਰਿਹਾ, ਤਾਂ ਹੱਲ ਕੀਤਾ ਅੰਡਰ 3। ਦੇਖੋ ਸਾਈਨ ਕੌਸ ਟੈਨ ਆ ਗਿਆ ਨਾ। ਤਾਂ ਫਿਰ ਅਗਰ ਮੈਂ ਕੌਟ ਕੱਢਣਾ ਹੈ ਟੈਨ ਦਾ ਉਲਟਾ, ਜੇ ਟੈਨ ਟੀ 1/3 ਦਾ ਵਰਗਮੂਲ ਹੈ ਤਾਂ ਕੌਟ ਕੀ ਹੋ ਜਾਊਗਾ 3/1। ਉਹ 3 ਉਲਟੇ ਆਪਾਂ ਯਾਦ ਰੱਖਾਂਗੇ। ਤਾਂ ਇਹ ਆਪਣੇ ਕੋਲੇ ਅਗਲਾ ਆ ਗਿਆ, ਇੱਕ ਅਗਲਾ ਮੈਥਡ ਆ ਗਿਆ ਇਹਨੂੰ ਹੱਲ ਕਰਨ ਦਾ। ਤਾਂ ਇਸ ਤਰੀਕੇ ਦੇ ਨਾਲ ਆਪਾਂ ਕੀ ਕਰ ਸਕਦੇ ਹਾਂ, ਟੇਬਲ ਵੈਲਿਊਜ਼ ਕੱਢ ਸਕਦੇ ਹਾਂ। 2 ਤਰੀਕੇ ਤੁਹਾਨੂੰ ਮੈਂ ਦੱਸਦੇ, ਇੱਕ ਟੇਬਲ ਦੇ ਰਾਹੀਂ, ਇੱਕ ਅੱਜ ਛੋਟਾ ਜਿਹਾ ਸ਼ਾਰਟਕਟ ਮੈਥਡ। ਸਾਈਨ ਕੌਸ ਟੈਨ ਦਾ ਪਤਾ, ਇੱਕ ਗੱਲ ਦੁਬਾਰਾ ਉਹੀ ਚੱਲ ਰਹੀ ਹੈ ਕਿ ਇਹਨਾਂ ਦੇ ਉਲਟੇ ਤੁਹਾਨੂੰ ਪਤਾ ਹੋਣ। ਜਿਹੜਾ ਆਪਾਂ ਇੱਕ ਲੇਆਊਟ ਦੀ ਗੱਲ ਕੀਤੀ ਸੀ ਪਿਛਲੇ ਲੈਕਚਰ ਦੇ ਵਿੱਚ, ਕੀ ਕੀਤੀ ਸੀ, ਕੋਸੀਕੈਂਟ ਸਾਈਨ ਦਾ ਉਲਟਾ ਹੈ, ਸਿਕੈਂਟ ਕੌਸ ਦਾ ਉਲਟਾ ਹੈ, ਅਤੇ ਕੌਟ ਕਿਹਦਾ ਉਲਟਾ ਹੈ ਟੈਨ ਦਾ ਉਲਟਾ। ਇੱਕ ਇੰਪੋਰਟੈਂਟ ਚੀਜ਼ ਹੋਰ, ਇੱਕ ਛੋਟੀ ਜਿਹੀ ਇੰਸਟਰਕਸ਼ਨ, ਬੜੀ ਇੰਪੋਰਟੈਂਟ ਗੱਲ, ਸਾਈਨ ਤੇ ਕੌਸ ਦੀ ਦੇਖੋ ਟੇਬਲ ਤੁਸੀਂ ਸਾਰੇ ਬਣਾ ਚੁੱਕੇ ਹੋ, ਟੇਬਲ ਚੈੱਕ ਕਰਕੇ ਦੇਖੋ। ਸਾਈਨ ਤੇ ਕੌਸ ਥੀਟਾ ਦੀ ਟੇਬਲ ਦੇ ਅਕੋਰਡਿੰਗ ਕੀਮਤ, ਵੱਧ ਤੋਂ ਵੱਧ ਜਿਹੜੀ ਕੀਮਤ ਹੈ, ਵੱਧੋ ਵੱਧ ਕੀਮਤ ਹੈ ਜਿਹੜੀ ਇਹਦੀ 1 ਹੁੰਦੀ ਹੈ। ਇਹ ਬੜੀ ਇੰਪੋਰਟੈਂਟ ਕੁਐਸਚਨ ਹੈ ਕਿ ਸਾਈਨ ਥੀਟਾ ਦੀ ਮੈਕਸਿਮਮ ਵੈਲਿਊ, ਵੱਧੋ ਵੱਧ ਵੈਲਿਊ ਕਿੰਨੀ ਹੈ 1 ਹੁੰਦੀ ਹੈ, ਤੇ ਕੌਸ ਦੀ ਵੀ ਵੱਧੋ ਵੱਧ ਵੈਲਿਊ ਕੀ ਹੁੰਦੀ ਹੈ 1 ਹੁੰਦੀ ਹੈ। ਤਾਂ ਇਹ ਸੀ ਆਪਣਾ ਟੀ ਟੇਬਲ, ਜਿੱਥੇ ਆਪਾਂ ਕੁਝ ਕੁ ਪਰਟੀਕੂਲਰ ਕੋਨਾਂ ਤੇ ਗੱਲ ਕੀਤੀ ਸੀ। 0, 30, 45, 60 ਤੇ 90 ਕਿਵੇਂ ਹੱਲ ਕਰਨਾ ਹੈ, ਜਿਓਮੈਟ੍ਰੀਕਲੀ ਵੀ ਆਪਾਂ ਕਰ ਚੁੱਕੇ ਹਾਂ, ਟੇਬਲ ਦੇ ਰੂਪ ਵਿੱਚ ਵੀ ਆਪਾਂ ਕਰ ਚੁੱਕੇ ਹਾਂ। ਇੱਕ ਸ਼ਾਰਟ ਡਾਇਗਰਾਮ ਹੋਰ ਬਣਾਈ ਹੈ ਤਾਂ ਕਿ ਥੋੜਾ ਜਲਦੀ ਕਲੀਅਰ ਹੋ ਗਏ। ਤਾਂ ਇਹ ਸੀ ਆਪਣਾ ਦੋਸਤੋ ਨੈਕਸਟ ਟੌਪਿਕ ਟੀ ਟੇਬਲ। ਥੈਂਕ ਯੂ।